अस्सलाम वालेकुम जी, आप देख रहे हैं मुजरिम कौन और मैं शुएब अल्ताफ़ हूँ। नाज़रीन किराम, सितंबर 2009 6 अफराद कत्ल होते हैं और कातिल राह फ़रार इख्तियार करते हैं। 16 बरस बाद पुलिस हरकत में आती है और इंटरपोल के ज़रिए इश्तिहारी मुलजिम को गिरफ़्तार किया जाता है। कौन है ये मुलजिम, कत्ल होने वाले कौन थे, ये दिखाएंगे हम आपको आज के मुजरिम कौन। नाज़रीन, टीम मुजरिम कौन आज मौजूद है फैसलाबाद में थाना साहियावाला के इलाके में, जहां पुलिस की एक बड़ी कार्रवाई थी। 16 बरस कबल 6 मर्डर करके फ़रार होने वाला इश्तिहारी मुजरिम जो है वो पुलिस ने गिरफ़्तार किया। 16 बरस कबल क्या हुआ था, किन लोगों को कत्ल किया गया था, ये टीम मुजरिम कौन आज आप तक पहुंचा रही है। और मेरे साथ मुद्दई मुकदमा मौजूद हैं, उनसे जानते हैं। अस्सलाम वालेकुम सर, अपना नाम बताइएगा। गुलाम अब्बास। गुलाम अब्बास साहब, ये दसो कि की होया सी 16 साल पहले, तुसी इस केस दे मुद्दई हो। एक कत्ल होने वाले कौन सी, की रिश्ता सी उन्हां दा तुहाडे नाल ते की वाकया होया सी? ये वाकया इत्थे थाने इंजे झूठा उन्हां ते परचा दिता हने। वो आए, मेरा पुत्र उन्हां लैण आया, इन्हां राह चो 6 कत्ल कर दिते। राह थड़ा दिता सी, 6 कत्ल कर दिते। उस वेले सन 9 सी 2009 9वां महीना 20 तरीक सी, ऐतवार दा दिन सी। इन्हां कत्ल कर दिते। फिर ਉਹਦੇ ਚ असां परचा दिता है, फरार हो गए सारे। कोई कराचियों फड़ीता है, कोई इत्थों फड़ीता वे। 2 कराचियों फड़ीते ने, 2 दुबईयों फड़ीते ने, दूजा ये हुण सऊदी अरब वालों फड़ीता है। इस तरह फड़ींदे फड़ींदे हुण 16 साल हो गए ने, साडा अजे कख भी नहीं होया ते ये फड़ीते ने पे। इन्हां नूं सज़ा होनी चाहिदी है। फिर इन्हां एक बंदा होर मार के साडे ते झूठा परचा दिता। ਉਹਦੇ ਵਿੱਚ ਝੂਠੇ ਪਰਚੇ ਦੇ ਇਹ ਫਿਰ ਇਹਨਾਂ ਤੇ ਪਰਚਾ ਹੋਇਆ ਮੁਜ਼ੱਫਰਗੜ੍ਹ ਥਾਣੇ। ਉੱਥੇ ਆਪਣਾ ਇੱਕ ਮੁਲਜ਼ਮ ਖੜ ਕੇ ਨਾ ਇੰਜੇ ਹੀ ਹੋਰ ਬੰਦਾ ਮਾਰ ਕੇ ਤੇ ਸਾਡੇ ਤੇ ਪਾ ਦਿੱਤਾ। ਉਹ ਅਸੀਂ ਉੱਥੇ ਜਾ ਕੇ ਪੇਸ਼ ਹੋਏ। ਉਹਨਾਂ ਆਖਿਆ ਜੀ ਬੰਦਾ ਤੇ ਹੋਰ ਹੈ। ਉਹ ਫਿਰ ਲੱਭ ਗਿਆ ਜਿਹੜਾ ਮਾਰਿਆ ਉਹਨੇ, ਸਾਡੇ ਪਿੰਡ ਦਾ ਲੁਹਾਰ ਸੀ, ਉਹਨੂੰ ਮਾਰਿਆ ਉਹਨੇ ਇਹਨਾਂ ਨੇ। ਇਹ ਬੰਦੇ ਹੈ ਕੌਣ ਨੇ ਜਿਹੜੇ ਇਹ ਜਿਹੜੀ ਮੁਲਜ਼ਮ ਪਾਰਟੀ ਜਿਹੜੇ ਇਸ਼ਤਿਹਾਰੀ ਹੋ ਗਏ ਸੀ ਤੇ ਹੁਣ ਇੱਕ ਇੱਕ ਦੋ ਦੋ ਕਰਕੇ ਫੜੀ ਰਹੇ ਨੇ? ਇਹ ਚੱਠੇ ਨੇ, ਖਾਨਕਿਆਂ ਦੇ ਨੇ, ਖਾਨਕਿਆਂ ਦੇ ਪਿੰਡ ਦੇ। ਕੀ ਇਹਨਾਂ ਦਾ ਕੰਮ ਕਾਰੋਬਾਰ ਕੀ? ਵਾਹੀ ਕਰਦੇ ਹਨ, ਜ਼ਿਮੀਂਦਾਰ ਨੇ। ਤੇ ਆਪਣਾ ਜਿਹੜੇ ਤੁਹਾਡੇ ਬੇਟੇ ਨੇ, ਇਹਨਾਂ ਦੇ ਨਾਲ ਇਹਨਾਂ ਦਾ ਜਿਹੜਾ ਫੱਡਾ ਪਿਆ, ਝਗੜਾ ਪਿਆ, ਉਹ ਕਿਹੜੀ ਗੱਲ ਤੋਂ ਪਿਆ? ਕੋਈ ਸਾਡੇ ਬੇਟੇ ਨਾਲ ਝਗੜਾ ਨਹੀਂ ਸਣੇ। ਜਿਹੜੇ ਨਾਲ ਸਨ ਨਾ ਦੂਜੇ 5, ਉਹਨਾਂ ਤੇ ਨਾ ਝੂਠਾ ਪਰਚਾ ਦਿੱਤਾ। ਉਹ ਇੱਥੋਂ ਬੇਗਨਾਹ ਹੋ ਗਏ। ਉਹ ਲਗੇ ਜਾਂਦੇ ਹਨ। ਮੇਰੇ ਬੇਟੇ ਨੂੰ ਆਖਿਆ ਉਹਨੇ ਸੁਲ੍ਹਾ ਕਰਨੀ ਹੈ ਤੇ ਜਾਓ ਉਹਨਾਂ ਨਾਲ ਕਰਾਓ। ਲੈ ਕੇ ਇਹਨਾਂ ਨੂੰ ਕਾਰ ਹੀ ਲਗਾ ਜਾਂਦਾ ਸੀ ਤੇ ਅੱਗੇ ਨਾ ਥੜਾ ਦੇ ਕੇ 6ਵੇਂ ਮਾਰ ਜਿਹੜੇ। ਇੱਕੋ ਟਾਈਮ ਦੇ ਵਿੱਚ 6 ਦੇ 6 ਜਿਹੜੇ ਉਹ ਮਾਰ? ਇੱਕੋ ਟਾਈਮ ਦੇ ਵਿੱਚ। ਇਹ 10 ਬੰਦੇ ਮੌਕਿਆਂ ਤੇ ਕਲੈਸ਼ਨ ਇਹਨਾਂ ਦੇ ਕੋਲ ਸਨ, ਇਹ ਉੱਥੇ ਸਨ। ਜਿਹੜੇ ਕਤਲ ਹੋਣ ਵਾਲੇ ਸੀ ਇਹ 4 ਸਕੇ ਭਾਈ ਸੀ, ਇੱਕ ਕਜ਼ਨ ਸੀ ਤੇ ਇੱਕ ਤੁਹਾਡਾ ਬੇਟਾ ਜਿਹੜਾ ਉਹਨਾਂ ਦਾ ਦੋਸਤ ਸੀ? ਜੀ, 4 ਸਕੇ ਭਾਈ ਸਨ। ਇੱਕ ਉਹਨਾਂ ਦਾ ਬੇਲੀ ਸੀ, ਨੂਨਾ ਭੱਟੀਆਂ ਦਾ ਭੱਟੀ ਏ, ਬਸ਼ਰ ਨਾਂ ਸੂ। ਇੱਕ ਮੇਰਾ ਬੇਟਾ ਸੀ ਖਾਵਰ, ਜਿਹੜਾ ਗੱਡੀ ਚਲਾਉਂਦਾ ਸੀ ਪਿਆ। ਤੇ ਆਪਣੀ ਖਾਵਰ ਦੀ ਉਸ ਟਾਈਮ, ਅੱਜ ਤੋਂ 16 ਸਾਲ ਪਹਿਲੇ ਜਿਸ ਟਾਈਮ ਉਹ ਮਰਡਰ ਹੋਇਆ, ਦੀ ਉਮਰ ਕਿੰਨੀ ਸੀ? ਉਮਰ ਉਹਦੀ ਹੋਣੀ ਹੈ 25 ਕੁ ਸਾਲ, 29 ਸਾਲ। 29 ਸਾਲ। ਤੇ ਸ਼ਾਦੀ ਕੀਤੀ ਸੀ? ਸ਼ਾਦੀ ਕੀਤੀ ਸੀ। ਕੋਈ ਬੱਚੇ ਆਏ ਨੇ ਉਹਦੇ ਜੀ ਇੱਕ ਬੱਚੀ ਤੇ ਇੱਕ ਬੱਚਾ ਨੇ। ਉਹ ਹੁਣ ਜ਼ਾਹਿਰੀ ਗੱਲ ਹੈ ਉਹ ਬੜੇ ਜਵਾਨ ਹੋ ਗਏ ਹੋਣੇ ਨੇ, ਤੇ ਬੱਚਿਆਂ ਦੀ ਕੀ ਸੂਰਤ ਹਾਲ ਹੈ? ਉਹਨਾਂ ਨੂੰ ਉਹਨਾਂ ਦਾ ਵਾਲਿਦ ਯਾਦ ਹੈ? ਪੜ੍ਹਦੇ ਨੇ ਬੱਚੇ? ਕਿਹੜੀ ਕਿਹੜੀ ਕਲਾਸ? ਬੱਚੇ ਜੀ ਪੜ੍ਹਦੇ ਨੇ। ਜਿਹੜੀ ਕਾਕੀ ਉਹ 13ਵੀਂ 'ਚ, ਜਿਹੜਾ ਬੱਚਾ ਵੇ ਉਹ 11ਵੀਂ 'ਚ ਆਓ ਲੈਵਲ ਪਿਆ ਕਰਦਾ ਵੇ ਤੇ ਪੜ੍ਹਦੇ ਨੇ। ਮੈਂ ਉਹਨਾਂ ਦਾ ਪੈਰੋਕਾਰ ਹਾਂ, ਮੈਂ ਹੀ ਸਭ ਕੁਝ ਪਿਆ ਕਰਨਾ। ਜ਼ਾਹਿਰ ਹੈ ਉਹ ਉਹਨਾਂ ਦੇ ਹੁਣ ਦਾਦਾ ਬੂ ਜਿਹੜੇ ਉਹਨਾਂ ਦੀ ਕਫਾਲਤ ਕਰ ਰਹੇ ਨੇ। ਕਦੀ ਬੱਚਿਆਂ ਨਾਲ ਬੈਠ ਕੇ ਕਦੀ ਜ਼ਿਕਰ ਹੋਇਆ ਹੈ ਉਹਨਾਂ ਦੇ ਵਾਲਿਦ ਦੇ ਬਾਰੇ 'ਚ? ਬੱਚੇ ਜ਼ਾਹਿਰੀ ਗੱਲ ਹੈ, ਇੱਕ ਯਤੀਮੀ ਇੱਕ ਐਸੀ ਸਟੈਂਪ ਹੈ ਜਿਹੜੀ ਸਾਡੇ ਸੋਹਣੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਕੱਟੀ ਹੈ। ਲੇਕਿਨ ਇਹ ਜਿਹੜਾ ਖਿਲਾ ਰਹਿ ਜਾਂਦਾ, ਇੱਕ ਪੂਰਾ ਨਹੀਂ ਹੁੰਦਾ। ਬੇਟਾ ਖਾਸ ਤੌਰ ਦੇ ਉੱਤੇ ਜਿਹੜਾ ਉਹ ਆਪਣੇ ਵਾਲਿਦ ਨੂੰ ਯਾਦ ਕਰਦਾ। ਉਹਨੂੰ ਯਾਦ ਹੈ ਕਿ ਸਾਡੇ ਵਾਲਿਦ ਸਾਹਿਬ ਘਰ ਆਉਂਦੇ ਸੀ ਜਾਂ ਬਹੁਤ ਛੋਟੇ ਸੀ? ਉਹ ਆਪਣੀ ਦਾਦੀ ਕੋਲ ਵੀ ਗੱਲ ਕਰਦੇ ਰਹਿੰਦੇ ਨੇ, ਦਾਦੇ ਕੋਲ ਵੀ ਜਦੋਂ ਬਹਿੰਦੇ ਨੇ, ਚਾਚੇ ਕੋਲ ਵੀ। ਸਾਡਾ ਪਿਓ ਇੰਝ ਸੀ, ਇੰਝ ਸੀ, ਇੰਝ ਕਰਦਾ ਸੀ, ਕੀ ਦੱਸੋ ਸਾਨੂੰ ਗੱਲ ਸਾਰੀ ਕਰਦੇ ਨੇ। ਤੁਹਾਡੇ ਬੇਟੇ ਕਿੰਨੇ ਨੇ? ਬੇਟੇ ਮੇਰੇ 3 ਨੇ। ਇਸ ਤੋਂ ਮਰਡਰ ਹੋਣ ਵਾਲੇ ਬੇਟੇ ਤੋਂ ਇਲਾਵਾ 2 ਬੇਟੇ ਹੋਰ ਨੇ? 2 ਬੇਟੇ ਨੇ, ਛੋਟੇ ਨੇ ਉਹਦੇ ਤੋਂ। ਬੱਚਿਆਂ ਦੇ ਮਤਲਬ ਚਾਚੇ ਜਿਹਨੂੰ ਅਸੀਂ ਕਹਿ ਸਕਦੇ ਹਾਂ। ਤੇ ਇਹ ਜਿਹੜਾ ਮਰਡਰ ਹੋ ਜਾਣ ਵਾਲਾ ਤੁਹਾਡਾ ਬੜਾ ਬੇਟਾ ਹੈ, ਇਹਦੀ ਵਾਲਦੈਨ ਨੂੰ ਆਪਣੀ ਸਾਰੀ ਔਲਾਦ ਬੜੀ ਪਿਆਰੀ ਹੁੰਦੀ ਹੈ, ਲੇਕਿਨ ਹਰ ਬੱਚੇ ਦੀ ਇੱਕ ਕੋਈ ਖਾਸ ਐਸੀ ਗੱਲ ਹੁੰਦੀ ਹੈ ਜਿਹੜੀ ਵੱਖਰੀ ਹੁੰਦੀ। ਚੋਖਾ ਚੰਗਾ ਸਾਡਾ ਬੇਟਾ ਸੀ ਤੇ ਬੜੀ ਸਾਨੂੰ ਤੇ ਉਹਦਾ ਦੁੱਖ ਹੈ
ਤੇ ਬਹੁਤ ਚੰਗਾ ਸੀ। ਹਰ ਵੇਲੇ ਉਹਦੀ ਸਾਰੀ ਹਕੂਮਤ ਹੀ ਉਹਦੀ ਸੀ, ਸਾਡੇ ਹੱਥ 'ਚ ਸਾਰਾ ਘਰ ਦਾ ਸਰਬਰਾਹ ਹੀ ਉਹ ਸੀ। ਇੱਕ ਕੋਈ ਐਸੀ ਗੱਲ ਹੁੰਦੀ ਹੈ ਬੱਚੇ ਦੀ ਜਿਹੜੀ ਬਾਕੀ ਦੋਵਾਂ 'ਚ ਨਹੀਂ ਹੋਣੀ, ਕੋਈ ਐਸੀ ਗੱਲ ਜਿਹੜੀ ਬੰਦਾ ਕਹਿੰਦਾ ਕਿ ਯਾਰ ਇਹ ਉਹਦੇ 'ਚ ਹੀ ਹੋ ਸਕਦੀ ਸੀ ਸਿਰਫ। ਉਹਦੇ 'ਚ ਇਹ ਵੇ, ਮੈਂ ਡੇਰੇ ਬੈਠਾ ਸਾਂ, ਸਵੇਰੇ ਆਇਆ, ਆਂਦਾ ਮੈਂ ਸ਼ਹਿਰ ਗਿਆ ਵਾਂ, ਮੈਂ ਪਿਓ ਅੱਜ ਘਰ ਦੇ ਬੰਦੇ ਵੇਖੇ ਨੇ, ਮੈਂ ਤੁਹਾਨੂੰ ਅੱਜ ਤੇ ਘੱਲਣਾ ਮਾਂ ਪਿਓ ਨੂੰ। ਮੈਂ ਕਿਹਾ ਠੀਕ ਹੈ ਪੁੱਤਰ। ਪਿੰਡ ਆਏ, ਮਾਂ ਉਹਦੀ ਆਖਿਆ ਬਈ ਨਹੀਂ ਮੈਂ ਤੈਨੂੰ ਪੁੱਤਰ ਨਹੀਂ ਜਾਂਦੀ, ਇੱਕ ਗਰੀਬਣੀ ਸਾਡੇ ਪਿੰਡ, ਉਹਨੂੰ ਕੋਈ ਵਾਰਸ ਨਹੀਂ, ਉਹ ਆਂਦੀ ਹੈ ਮੈਂ ਜਾ। ਉਸ ਆਖਿਆ ਉਹਨੂੰ ਵੀ ਲਿਆਓ, ਮੈਂ ਘੱਲਣਾ। ਉਹ ਸੰਤਰਾਵਾਂ ਨੂੰ ਅੱਜ ਤੇ ਘੱਲਿਆ। ਫਿਰ ਅਸੀਂ ਉੱਥੇ ਅੱਜ ਕਰਕੇ ਆਏ, ਬੜਾ ਖੁਸ਼ੀ, ਸਾਰੇ ਪੈਸੇ ਉਸ ਲਾਏ, ਬਹੁਤ ਚੰਗਾ ਕੀਤਾ। ਇਸ ਤਰ੍ਹਾਂ ਦਾ ਬੱਚਾ ਜਿਹੜਾ ਹੁੰਦਾ ਹੈ, ਜਵਾਨ ਪੁੱਤਰ ਜਿਹੜਾ, ਉਹ ਜਦੋਂ ਚਲਾ ਜਾਂਦਾ ਹੈ, ਜ਼ਾਹਿਰ ਹੈ ਉਹ ਇੱਕ ਐਸਾ ਬੱਚਾ ਜਿਹੜਾ ਮਾਂ ਦੀ ਖੁਆਇਸ਼ ਦੇ ਉੱਤੇ ਕੋਈ ਵੀ ਕੰਮ ਜਿਹੜਾ ਉਹ ਕਰਨ ਨੂੰ ਤਿਆਰ ਹੋ ਗਿਆ। ਚੰਗਾ ਭਲਾ ਪੈਸਾ ਲੱਗਦਾ ਹੈ ਹੱਜ ਦੇ ਉੱਤੇ, ਬੰਦਾ ਪੂਰੀ ਉਮਰ ਕਮਾਈ ਕਰਦਾ ਤੇ ਫਿਰ ਜਾ ਕੇ ਕਿਧਰੇ ਜਾਣਾ ਨਾ, ਹੱਜ ਦੇ ਵਸਾਇਲ ਪੈਦਾ ਹੁੰਦੇ ਨੇ, ਤੇ ਸਿਰਫ ਮਾਂ ਦੀ ਖੁਆਇਸ਼ ਦੇ ਉੱਤੇ ਜਿਹਨੇ ਹੱਜ ਤੇ ਭੇਜਤਾ। ਜਦੋਂ ਉਹਦਾ ਨਾ ਹੱਕ ਕਤਲ ਹੋਇਆ, ਉਸ ਟਾਈਮ ਬਾਕੀ ਜਿਹੜੇ ਮਹੱਲੇਦਾਰ ਨੇ, ਇਲਾਕਾ ਮੁਕੀਨ ਨੇ, ਉਹਨਾਂ ਦੀ ਕੀ ਸੂਰਤ ਹਾਲ ਸੀ? ਸਾਰੇ ਅਜੇ ਵੀ ਤੁਸੀਂ ਇਲਾਕੇ 'ਚ ਜਾਓ ਨਾ, ਹਰ ਬੰਦਾ ਉਹਦਾ ਨਾਂ ਲਏਦਾ, ਹਰ ਬੰਦਾ ਉੱਤੋਂ ਰੋਣ ਲੱਗ ਪਵੇਦਾ। ਜਿਹੜੇ ਗਰੀਬ ਸਨ, ਉਹਦੀ ਇੱਕ ਖਸਲਤ ਸੀ, ਪਿੰਡ 'ਚ ਸਾਡੇ ਕੋਲ ਹੀ ਕਾਰ ਸੀ, ਕੋਈ ਜਿਸ ਵੇਲੇ ਕਿਸੇ ਨੀਵੀਂ ਉੱਚੀ ਬਿਮਾਰ ਹੋਵੇ ਉਸ ਵੇਲੇ ਹਸਪਤਾਲ ਲੈ ਜਾਣਾ, ਸਾਰਾ ਕਰਨਾ, ਪੂਰਾ ਪਿੰਡ ਸਾਡੇ ਆ ਕੇ ਦਵਾਈ ਮੰਗਦਾ ਵੇ ਉਹਦੇ 'ਚ। ਤੇ ਇਹ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਦੇ ਸੀ? ਕੋਈ ਟਾਰਗੇਟ ਹੁੰਦਾ ਹੈ ਕਿ ਮੇਰਾ ਬੇਟੀ ਜਾਂ ਮੇਰਾ ਬੇਟਾ ਵੱਡਾ ਹੋਏਗਾ ਤੇ ਮੈਂ ਉਹਨਾਂ ਨੂੰ ਤਾਲੀਮ ਦਵਾ ਕੇ? ਜਿਹੜੇ ਤੇ ਨਿੱਕੇ ਨਿੱਕੇ ਸਨ, ਇਹ ਗੱਲ ਉਸ ਕੋ ਨਹੀਂ ਕੀਤੀ, ਮੈਂ ਆ ਬਣਾਣਾ ਵੇ। ਤੇ ਉਂਝ ਹੀ ਬੱਚਿਆਂ ਦੀ ਹੁਣ ਕੀ ਖੁਆਇਸ਼ ਹੈ, ਕੀ ਬਣਨਾ ਚਾਹੁੰਦੇ? ਬੱਚੇ ਜੀ, ਇੱਕ ਤੇ ਸਾਡਾ ਜਿਹੜਾ ਨਾ ਬੱਚਾ, ਉਹ ਤੇ ਆਂਦਾ ਵੇ ਮੈਂ ਪੁਲਿਸ 'ਚ ਲੱਗਣਾ ਵੇ, ਤੇ ਬੱਚੀ ਜਿਹੜੀ ਉਹ 13ਵੀਂ 'ਚ ਪੜ੍ਹਦੀ ਏ, ਉਹ ਆਂਦੀ ਏ ਮੈਂ ਜੱਜ ਬਣਨਾ ਵੇ। ਖਾਸ ਤੇ ਉਹਨਾਂ ਦੀ ਇਹ ਦੱਸੋ ਕਿ ਸਾਡੇ ਖਾਸ ਤੌਰ ਤੇ ਪਿੰਡਾਂ ਥਾਵਾਂ ਦੇ ਵਿੱਚ, ਜਿੱਥੇ ਪਿੰਡਾਂ ਦਾ ਕਲਚਰ ਹੁੰਦਾ ਹੈ, ਜਦੋਂ ਕੋਈ ਜਵਾਨ ਸਾਡਾ ਮਾਰਿਆ ਜਾਂਦਾ ਹੈ ਤੇ ਨਾਹਕ ਮਾਰਿਆ ਜਾਂਦਾ ਹੈ, ਉਹਦੀ ਔਲਾਦ ਦੇ ਅੰਦਰ ਨਾ ਇੱਕ ਲਾਵਾ ਪੱਕਦਾ ਰਹਿੰਦਾ ਹੈ, ਕਿਉਂਕਿ ਬੇਟਾ ਵੀ ਮਾਸ਼ਾਅੱਲਾ ਉਹਨਾਂ ਦਾ ਹੁਣ ਜਵਾਨ ਹੈ। ਤਰਬੀਅਤ ਤੇ ਡਿਪੈਂਡ ਕਰਦਾ ਹੁੰਦਾ ਕਿ ਅਸੀਂ ਬੱਚਿਆਂ ਦੀ ਤਰਬੀਅਤ ਕਿਸ ਤਰ੍ਹਾਂ। ਕਦੀ ਤੁਹਾਨੂੰ ਇਹ ਖੌਫ ਤਾਂ ਨਹੀਂ ਮਹਿਸੂਸ ਹੋਇਆ ਕਿ ਮੇਰਾ ਪੋਤਰਾ ਜਿਹੜਾ ਵਾ, ਉਹਦੇ ਅੰਦਰ ਕੋਈ ਇਸ ਤਰ੍ਹਾਂ ਦੀ ਨਫ਼ਰਤ ਨਾ ਹੋਵੇ ਕਿ ਉਹ ਆਪਣੇ ਵਾਲਦ ਦਾ ਜਿਹੜਾ ਉਹ ਬਦਲਾ ਲੈਣ ਦੀ ਕੋਸ਼ਿਸ਼ ਕਰੇ? ਨਹੀਂ, ਉਹ ਅਸਾਂ ਕੱਲ੍ਹ ਹੀ ਪਿੰਡੋਂ ਕਿਸੇ ਦੀ ਸੁਣਨ ਤੋਂ ਅਹਾਂ ਸ਼ਹਿਰ ਲੈ ਗਏ ਹਾਂ, ਸ਼ਹਿਰ ਹੀ ਉਹ ਰਹਿੰਦੇ ਨੇ, ਚਾਚਾ ਉਹਨਾਂ ਦਾ ਲੈ ਗਿਆ। ਆਪਣੇ ਵੀ ਬੇਟੇ ਪੜ੍ਹਾਉਂਦਾ ਵੇ, ਉਹਨਾਂ ਨੂੰ ਵੀ ਨਾਲ ਪੜ੍ਹਾਉਂਦਾ ਵੇ, ਪਿੰਡ ਕਿਸੇ ਦੀ ਸੁਣਨ ਹੀ ਨਾ। ਕਦੀ ਤੇ ਉਹ ਪਿੰਡ ਆਉਂਦੇ ਨੇ ਰਹੇ ਤੇ ਫਿਰ ਸ਼ਾਮ ਨੂੰ ਸ਼ਹਿਰ ਕੱਲ ਛੱਡੇ। ਤੁਹਾਡੀ ਇਹ ਸ਼ਰੀਕੇ ਹਯਾਤ ਯਾਨੀ ਕਿ ਬੱਚਿਆਂ ਦੀ ਦਾਦੀ ਅੰਮਾ ਉਹ ਜ਼ਿੰਦਾ ਨੇ? ਜ਼ਿੰਦਾ ਨੇ। ਹੁਣ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਇੰਨੇ ਮੁਲਜ਼ਮਾਂ ਦੇ ਵਿੱਚੋਂ ਇੱਕ ਜਾਂ ਦੋ ਫੜੀ ਗਏ ਨੇ ਜਾਂ ਬਾਹਰੋਂ ਵੀ ਫੜ ਲਏ ਨੇ, ਕੀ ਦਿਲ ਕੀ ਕਰਦਾ ਹੈ ਕਿ ਉਹਨਾਂ ਨੂੰ ਸਜ਼ਾ ਹੋਵੇ, ਪੂਰੀ ਮੁਕੰਮਲ ਹੋਵੇ? ਉਹਨਾਂ ਨੂੰ ਪੂਰੀ ਸਜ਼ਾ ਹੋਵੇ, ਉਸ ਵੇਲੇ ਖੁਸ਼ੀ ਹੁੰਦੀ ਹੈ ਕਿ ਸਾਡਾ ਬਦਲਾ ਲਿਆ ਜਾਏ। 16 ਸਾਲਾਂ 'ਚ ਕਦੀ ਕਿਸੇ ਨੇ ਇਸ ਖੁਆਇਸ਼ ਦਾ ਇਜ਼ਹਾਰ ਕੀਤਾ ਹੈ ਕਿ ਜੀ ਮਾफ़ ਕਰ ਦਿਓ, ਜਾਂ ਹੁੰਦਾ ਹੈ ਕਿ ਉਹ ਪਿੰਡ ਦੇ ਕੋਈ ਲੋਕਾਂ ਨੂੰ ਇਕੱਠਿਆਂ ਕਰਕੇ ਬੰਦਾ ਆ ਕੇ ਫਰਮਾਇਸ਼ ਪਾਉਂਦਾ ਹੈ? ਕਿਸੇ ਨੇ ਨਹੀਂ ਕਿਹਾ? ਨਹੀਂ। ਹੁਣ ਪਿੰਡ ਉਹਨਾਂ ਤੋਂ ਉਂਝ ਹੀ ਸਾਰਾ ਸਾਡਾ ਤੰਗ ਸੀ, ਚੋਰੀਆਂ ਕਰਾਉਂਦੇ ਸਨ, ਸਾਰੇ ਪਿੰਡ ਦੇ ਡੰਗਰ ਖਿਲਾਣੇ, ਡਕੈਤੀਆਂ ਕਰਾਉਣੀਆਂ। ਪਿੰਡ ਉਦੋਂ ਦਾ ਇੰਨਾ ਰਾਜ਼ੀ ਹੈ ਕਿ ਮਗਰੋਂ ਲੈ ਗਏ ਨੇ, ਕਿਲੇ ਨੱਸ ਗਏ ਨੇ ਪਿੰਡੋਂ, ਦੂਜਿਆਂ ਨੂੰ ਕਿਹੜਾ ਦੁੱਖ ਹੈ? ਦੁੱਖ ਤੇ ਸਾਨੂੰ। ਬੇਟਾ ਤੁਹਾਡਾ ਆਪਣੀ ਕੁਰਬਾਨੀ ਦੇ ਕੇ ਤੇ ਮਹਿਸੂਸ ਇੱਦਾਂ ਹੁੰਦਾ ਤੁਹਾਡੀਆਂ ਗੱਲਾਂ ਤੋਂ ਕਿ ਜਿੱਦਾਂ ਪਿੰਡ ਵਾਲਿਆਂ ਦਾ ਰਾਹ ਸੌਖਾ ਕਰ ਗਿਆ? ਸੌਖਾ ਕਰ ਗਿਆ। ਸਾਡੇ ਪਿੰਡ ਉਦੋਂ ਦੀ ਚੋਰੀ ਰੁਕ ਗਈ ਹੈ, ਕੋਈ ਡਕੈਤੀ ਨਹੀਂ ਜਦੋਂ ਦੇ ਗਏ ਨੇ। ਇਹ ਤੇ ਫਿਰ ਸਾਡਾ ਜਿਹੜਾ ਬਾਰਡਰ ਤੇ ਖਲੋਣ ਵਾਲਾ ਇੱਕ ਮੁਜਾਹਦ ਹੈ, ਮੁਲਕ ਦੀ ਹਿਫਾਜ਼ਤ ਕਰਨ ਵਾਲਾ ਮੁਜਾਹਦ ਹੈ, ਉਹ ਤੇ ਤੁਹਾਡਾ ਬੇਟਾ, ਇਹਨਾਂ ਨੇ ਤਕਰੀਬਨ ਇੱਕੋ ਜਿਹਾ ਕੰਮ ਕੀਤਾ। ਬਹੁਤ ਚੰਗਾ ਸੀ। ਅੱਲਾਹ ਪਾਕ ਸਬਰ ਦੇਵੇ ਜੀ ਤੁਹਾਨੂੰ, ਅੱਲਾਹ ਪਾਕ ਤੁਹਾਡੇ पोते वास्ते जड़ा वा वो रहमत करे। नाज़रीन कराम, थाना साहियावाला के इलाके में 16 बरस कबल कुछ लोग एक जगह पे एम्बुश लगाते हैं, जिसको पंजाबी में हम कहते हैं थड़ा मारते हैं, और 6 लोगों को एक साथ मर्डर कर देते हैं। मुल्ज़िमान जो हैं वो इसके बाद फ़रार हो जाते हैं और पुलिस के रडार से गायब नहीं हो पाते। पुलिस जो है वो उनकी टो में लगी रहती है और मुख्तलिफ़ कार्रवाइयों में जो मुल्ज़िमान हैं उनको हिरासत में लिया जाता है। ये वाला मुल्ज़िम भी जो है ये इंटरपोल के ज़रिए बैरून मुल्क से जो है इसको गिरफ़्तार किया गया। यहाँ पे मकतूल के वालिद और इस मुकदमे के मुद्दई जो हैं उनसे हमारी बात हो रही थी और वो बाकायदा रंजीदा और आबदीदा हैं। 16 बरस नाज़रीन इकराम, एक नस्ल पल कर जवान हो जाती है, 16 बरस में हालात व वाक़यात तब्दील हो जाते हैं, लेकिन शायद उन ज़ख्मों पर मरहम नहीं रखा जाता जो ऐसी नागहानी मौत की, कत्ल की सूरत में
والدین کے جسم پر لگتے ہیں, ان کی روح پر لگتے ہیں اور روح زخمی ہوتی ہے. ملزمان جیسے جیسے اریسٹ ہوتے جا رہے ہیں, والدین کے زخموں پر ویسے ویسے مرہم بھی رکھا جا رہا ہے. ان کا یہ کہنا ہے کہ تمام قانونی تقاضے جو ہیں وہ ان کو پورا کیا جانا چاہیے اور ملزمان کو ایسی عبرتناک سزا دی جانی چاہیے کہ آئندہ وہ کسی کا بھی گھر اجاڑنے سے پہلے 1000 دفعہ سوچیں. ناظرین, ٹیم مجرم کون موجود ہے فیصل آباد میں تھانہ سائیاں والا کے اندر, اور بات ہو رہی ہے 16 برس قبل 6 قتل کی واردات کر کے فرار ہونے والے ملزمان کی گرفتاری کی. ایک اشتہاری ملزم جسے تھانہ سائیاں والا پولیس نے انتہائی پیشہ ورانہ مہارت اور فرض شناسی کا ثبوت دیتے ہوئے 16 برس بعد جو ہے وہ گرفتار کر لیا. کون ہے یہ ملزم, کس کو اس نے قتل کیا, کیسے اس کو گرفتار کیا گیا, یہ جانتے ہیں. ہمارے ساتھ موجود ہیں SHO تھانہ سائیاں والا. السلام علیکم سر, بہت شکریہ آپ کے وقت کا. سر بتائیے گا کیا وقوع تھا یہ 16 برس قبل ہونے والا, کون تھے مقتول, قاتل اس میں کون کون تھے, اور اس جو ملزم جس کو گرفتار کیا گیا کیسے اس کو آپ نے گرفتار کیا؟ جی بسم اللہ الرحمن الرحیم. وقوع یہ ہے کہ 2009 کو جو 4 بھائی تھے, مسمیان فیاض وغیرہ تھے, تو وہ تھانہ میں انٹروگیشن کے لیے ایک مقدمے کے سلسلے میں آئے ہوئے تھے. تو جہاں پہ مقتول پارٹی جو ہے, قاتل پارٹی جو ہے وہ نہ آئی اور پولیس نے ان کو واپس بھیج دیا کہ آپ چاہیں صبح عید کا موقع عید کریں, اس کے بعد آپ کو بلا لیں گے. تو راستے میں انہوں نے مختلف جگہ پہ ناکے لگائے ہوئے تھے. جب یہ رنی کے پاس پہنچتے ہیں تو وہاں پہ جملہ 10 افراد جو تھے, جن میں سلیم صادق تھا, جگنو تھا, مون تھا اور باقی لوگ تھے, تو انہوں نے اندھا دھند فائرنگ کر دی, جس کی نتیجے میں گاڑی میں بیٹھے ہوئے 6 افراد جو ہیں وہ قتل ہو گئے, جن میں سے 4 سکے بھائی تھے, ایک 2 دوست تھے, ایک کزن تھا ان کا اور ایک 2 دوست تھا ان کا. اچھا طارق بھائی بتائیے گا کہ پولیس کو اس وقوع کی جو اطلاع ہے وہ کیسے ملی؟ بذریعہ 15 کسی نے اطلاع دی, کسی پیٹرولنگ پارٹی نے جو ہے وہ اس پہ فوری طور پہ رسپونڈ کیا, یا پھر مدعیان جو ہیں وہ باقاعدہ طور پہ جو ہے وہ درخواست لے کر پولیس اسٹیشن میں آئے؟ جی پولیس میں درخواست لے کے آئے تھے, کیونکہ 2009 کا وقوع تھا, اس وقت 15 کا سسٹم اتنا فعال نہیں تھا, تو پولیس نے بروقت کارروائی کی, جو ٹریسنگ کی کوشش کی. ان میں سے موسٹلی جو لوگ تھے وہ باہر فرار ہو گئے وقوع کرنے کے بعد. تو ان کا کوئی بیک گراؤنڈ بھی اتنا اچھا نہیں تھا, یہ جس کے پنجابی میں کہتے ہیں کن ٹوٹے ٹائپ لوگ تھے یہ. تو انہوں نے باہر کا راستہ اپنایا اور باہر بھاگ گئے. ان میں سے مختلف لوگ جو کراچی سے پکڑ کے آگے پولیس نے چلان کیے, اس کے علاوہ باہر سے لے کے آئے 1-2 بندے اور ان کو چلان کیا. یہ 3 لوگ ہمارے پاس بقایا تھے. جب میری پوسٹنگ ہوتی ہے تو IG صاحب کا یہ ویژن ہے کہ جو ملزمان کو اس کو کارروائی کی صلاح دلوائی جائے, اور اسی سلسلے میں CPO صاحب جو ہمارے ہیں, CPO صاحب فیصل آباد, ان کا بھی کھلا اور جو ہے وہ یہ ویژن ہے کہ ملزمان کو کسی صورت میں بھی نہیں چھوڑنا. تو ہم نے ان کے ریڈ وارنٹ حاصل کیے, تو ہمیں پتہ چلا جب ان کی ٹریول ہسٹری چیک کی گئی تو یہ 3 ملزمان جو تھے وہ 2010 میں وایا کراچی, دبئی اور مختلف ملکوں میں فرار ہو گئے تھے. تو اس کا ریڈ وارنٹ حاصل کیا. ریڈ وارنٹ حاصل کرنے کے بعد اس کی ایکسیس جب حاصل کی گئی تھرو ایمبیسی, تو پتہ چلا کہ یہ سلیم صادق جو ہے وہ مسقط میں مقیم ہے. تو مسقط پولیس نے ہمیں یہ پکڑ کے واپس کر دیا, ڈیپورٹ کر دیا. وہاں سے ہم لے کے آئے, ملزم ہماری کسٹڈی میں ہے, اور ملزم کو پکڑنے کے بعد اس کی بہتر پراسیکیوشن کے ذریعے اس کو قرار کی صلاح دلائی جائے گی. یہ ہینیس نوعیت کا مقدمہ ہے. 2 ملزمان اس میں بقایا ہیں. تو ایک کے بارے میں جو ہمیں پیشین گوئی ہے وہ یہ ہے کہ وہ دبئی جیل میں ہے, تو اس کی بھی کوشش کرتے ہیں تھرو لیگل پروسیس جو بھی ہوگا. اور ایک کے بارے میں ابھی تک نہیں پتہ, اس کے ریڈ نوٹسز ہو چکے ہیں, تو جلد سے جلد پکڑ کے ان کو بھی کارروائی کی صلاح دلوائیں گے. طارق بھائی یہ وقوع جو ہے تقریباً 16 برس قبل ہوا. کئی پولیس افسران آئے, درمیان میں پولیس کی اعلیٰ قیادت بھی تبدیل ہوتی رہی, اس کے بعد SHOs بھی بہت سارے تبدیل ہوئے. جب ایک نیا آفیسر پولیس اسٹیشن میں تعینات ہوتا ہے بینگ SHO, کس طرح وہ اپنی پریورٹیز کو سلیکٹ کرتا ہے کہ پھر جو ہے پتہ چلتا ہے کہ یہ والا مقدمہ جو ہے انتہائی سینسٹیو ہے, اس پہ پہلے کام کرنا ہے. جیسے آپ
آئے ہیں اس پولیس اسٹیشن میں, تو پھر کیسے گریڈنگ کیسے کرتے ہیں کہ یہ والے انتہائی سینسٹیو مقدمات ہیں, ان کو پریورٹی دینی ہے, یہ نارمل حالات کے لیے ہیں, اور ان پہ اگر ٹائم بچا تو پھر بندہ کام کر. اصل میں بات یہ ہے کہ جب کوئی بندہ نیا اپوائنٹ ہوتا ہے تو وہ سارے جو سناریو ہوتا ہے اس کو چیک کرتا ہے, جو مقدمات بقایا پینڈنگ ہوتے ہیں اس کو چیک کیا جاتا ہے. تو یہ ہمارا ٹاپ پریورٹی کا 780 کا مقدمہ تھا. تو افسران کی بھی پوچھ گچھ ہوتی تھی اس کے متعلق. تو سی پی او صاحب کی بھی واضح ہدایت تھی کہ اس کو آپ نے کسی بھی صورت میں ٹیکل کرنا ہے, اس کو سارٹ آؤٹ کرنا ہے. تو اس لیے جب اس کو پرسو کیا گیا, اس کو چیک کیا گیا, تو ٹریول ہسٹری چیک کی گئی, تو اس میں یہ چیزیں کلیئر ہوئی گئی. اس میں ہماری جو ہمارا پی او کلرک ہے اس کا بھی بڑا کلیدی کردار ہے. اس نے جو بر وقت چیزیں ہیں وہ اس کو مینیج کی, ریڈ نوٹسز کروائے اس کے بعد اس کو ٹرانسلیشن کروائی, اور مختلف ممالک میں جب بھیجے گئے تو یہ ہماری پہلے ہی ٹارگیٹ جو ہے وہ ہمیں اچیو ہو گیا, اور ہم اس پہ مشکور ہیں, اللہ کا شکر ادا کرتے ہیں. یہ ہینیس مقدمہ جو ہے ایک بہت المناک وقوع جو ہوا تھا اس کو سالو کرنے میں ہمیں مدد ملی ہے. طارق بھائی, مطلب یہ ہوا کہ ہمارے ناظرین اب اس بات پہ تسلی رکھیں کہ ملزمان اور خاص طور پہ جو جرائم پیشہ افراد ہیں وہ پہلے یہ سوچتے تھے کہ جرم کیا اور پھر اگر بیرون ملک فرار ہو گئے ہیں تو ہمیں کوئی نہیں پوچھے گا. اب ہماری پولیس جو ہے وہ باقاعدہ طور پہ چیز کرتی ہے, ریڈار پولیس کا کبھی آف نہیں ہوتا, ملزم جو ہے وہ کبھی بھی آف ریڈار نہیں ہوتا, اور پھر اس کے لیے جو بھی پولیس کو وسائل استعمال کرنے پڑیں, جیسے یہ واضح مثال ہے کہ ریڈ وارنٹ یعنی تھرو انٹرپول جو ہے وہ ملزم کو حراست میں لیا گیا ہے. تو مطلب یہ ہے کہ پہلے سے زیادہ سفسٹیکیٹڈ سسٹم ہو گیا ہے, پہلے سے زیادہ پولیس کی گرپ جو ہے وہ ان جرائم پیشہ افراد پہ مضبوط ہو گئی ہے. اب کسی طرح کا کوئی بھی مجرم جو ہے وہ بچ نہیں سکے گا. سر انشاءاللہ نہیں بچے گا. پولیس کا ویژن بھی براڈ ہوا ہے, اور آئی جی صاحب کی یہ بہترین قیادت ہے کہ جس کی وجہ سے یہ ہم نے آئی جی صاحب خصوصی کاوش ہے جس کی وجہ سے ہمیں یہ باہر کے ملزمان جو ہیں وہ مل رہے ہیں اور ہم ان کو پکڑ رہے ہیں. اور انشاءاللہ یہ واضح پیغام ہے آئی جی صاحب کی طرف سے اور سی پی او صاحب کی طرف سے بھی اور آر پی او صاحب کی طرف سے بھی, جو جرم آپ کریں گے پولیس آپ کا پیچھا پاتال تک کرے گی اور پولیس آپ کو چھوڑے گی نہیں. طارق بھائی بتائیے گا, یہ ملزم جو ابھی اریسٹ ہوا ہے اس کے باقی ساتھی, آپ نے بتایا کہ ایک جیسے آپ کو پولیس کو یہ انفارمیشن ملی کہ شاید دبئی میں وہ زیر حراست ہے کسی اور جرم میں, یہ 10 کے قریب لوگ تھے. کچھ ایسے بھی ابھی ہیں جو فرار ہیں جن کا پولیس جو ہے وہ ابھی بھی پولیس کے ریڈار پہ ہیں اور جب موقع ملے گا ان کو وہ گرفت میں لے لیں؟ نہیں, باقی سارے تقریباً سزا ہو چکے ہیں. 2 بندے بقایا ہیں اس کیس میں. ایک کا جو سنید ہے اور بھی کنفرم سورسز نہیں ہیں کہ وہ دبئی کی حراست میں ہیں. جو ان کے لاز ہیں ملک کے ڈیفینیٹلی وہ پاکستان کو میچ نہیں کرتے ہیں. ان کے لاز کیا ہوں گے اس کے حساب سے پرسو کریں گے اس کو. اور باقی ایک ملزم ہمارے ابھی تک ریڈار میں نہیں آیا, جیسے ہی آتا ہے وہ بھی انشاءاللہ پکڑا جائے گا. اچھا, یہ بتائیے گا کہ ہمارے ذرائع یہ بتاتے ہیں کہ اس قدر شدید فائرنگ تھی اس وقوعے میں کہ ایک شخص کو تقریباً 200 کے قریب بلٹس لگی ہیں. اتنی شدید فائرنگ, اتنا ظالمانہ فیل, کیا کوئی عام انسان اس طرح کا کر سکتا ہے؟ کیا ان کا کوئی کرمنل ریکارڈ ہے؟ آپ نے چیک کیا کہ اس قتل کی واردات کے علاوہ بھی یہ پولیس کو جو ہے وہ کسی مقدمے میں مطلوب تھے؟ جی, ان کا کرمنل ریکارڈ ہے, اور یہ یہاں کے جیسے میں نے پہلے بھی بتایا تھی یہ جو ہے وہ شریف آدمی نہیں تھے, اور جو جس قسم کی یہ بروٹلٹی دکھائی انہوں نے, یہ کوئی عام آدمی یا عام کرمنل نہیں کر سکتا ہے. کیا پیغام کیا دیں گے سائیاں والا کے لوگوں کو کہ کیا لوگ ایسا کریں کہ پولیس اور عوام مل کر جو ہے وہ اس شہر کو, اس علاقے کو پرامن اور خوبصورت بنا سکیں؟ میرا پیغام پولیس کے عوام کے لیے یہی ہے کہ سائیاں والا پولیس سی پی او صاحب کی ہدایت کے مطابق, آر پی صاحب کی ہدایت کے مطابق اور آئی جی صاحب کے ویژن کے مطابق ہمہ وقت آپ کی خدمت کے لیے تیار ہے. آپ 15 پہ کال کریں, آپ کو کوئی ایشو ہو تو ہم آپ کو بر وقت آپ کی رسپونڈ کریں گے. اس کے علاوہ اگر نہیں ہے تو میرا نمبر اویلیبل ہے سب کے 0333441406. اس پہ کال کریں تو سائیاں والا پولیس جو ہے وہ آپ کی بر وقت مدد کے لیے پہنچے گی. ناظرین اکرام, سب انسپکٹر رائے طارق محمود SHO تھانہ سائیاں والا ہمارے ساتھ موجود تھے. تفصیلاً بتا رہے تھے کہ کیسے آج سے تقریباً 16 برس قبل قتل کر کے, بلکہ 6 افراد کو قتل کر کے فرار ہونے والا ملزم جو ہے وہ تھانہ سائیاں والا پولیس نے فراموش نہیں کیا. وہ مستقل ریڈار پہ رہا, اور جیسے ہی پولیس کو جو ہے وہ کنفرمیشن ملی اس ملک سے رابطہ کیا گیا, انٹرپول سے رابطہ کر کے ریڈ وارنٹ جاری اس کے کروا کر اس کو حراست میں لیا گیا. مطلب فیصل آباد پولیس جاگ رہی ہے, فیصل آباد پولیس اپنی عوام کے تحفظ کے لیے ہمہ وقت مصروف عمل ہے,
اور عوام کو چاہیے کہ پولیس پہ ٹرسٹ کرے, اپنی شکایات کو جو ہے وہ رجسٹر کروائے تاکہ پولیس حرکت میں آئے اور پھر قانون کے مطابق جو ملزمان ہیں ان کو قرار واقعی سزا دلوائی جا سکے. ناظرین کرام, ایک انسان کا قتل گویا پوری انسانیت کا قتل ہے, اور ایسے درندے جو ایک دو نہیں بلکہ 6 انسانی جانیں لینے سے بھی گریز نہیں کرتے اور پھر قتل جیسا بڑا جرم کر کے راہ فرار اختیار کرتے ہیں, ان کے لیے پولیس جو ہے وہ ہر وقت فیلڈنگ لگائے بیٹھی رہتی ہے, وہاں اس کے موقع کی تلاش میں رہتی ہے کہ کب وہ قانون کے ہاتھ میں آئیں گے. تھانہ ساہیاں والا کے علاقے میں 2009 یعنی آج سے تقریباً 16 برس قبل جو ہے وہ 6 لوگوں کا ایک ساتھ قتل ہوتا ہے اور ملزمان راہ فرار اختیار کرتے ہیں. پولیس نے جو ہے کچھ لوگوں کو پاکستان اور کچھ کو بذریعہ انٹرپول بیرون ممالک سے گرفتار کیا, اور ایک تازہ کارروائی جس پہ ٹیم مجرم کون آج بات کر رہی ہے کہ ایک اشتہاری ملزم کو 16 برس قبل جو ہے وہ بذریعہ انٹرپول گرفتار کیا گیا. میرے ساتھ لواحقین موجود ہیں, رشتہ دار موجود ہیں ان قتل ہونے والے لوگوں کے, ان سے جانتے ہیں کہ کیا حالات کیا بنے تھے, کیوں قتل کیا گیا, کون تھے قاتل, وجہ کیا بنی. السلام علیکم بھائی, اپنا نام بتائیے. فیصل عباس. فیصل بھائی بتائیے گا, 6 لوگوں کا قتل 2009 میں ہوتا ہے. قتل ہونے والے جو ہیں وہ 4 سگے بھائی, ایک کزن اور ایک دوست, یہ سیکونس ہے ان کا. آپ کا ایک بھائی جو کہ کزن تھا اور 4 سگے بھائی, آپ اسی فیملی کا حصہ ہیں. کیا مسئلہ کیا تھا, کیا ہوا تھا یہ 16 برس قبل جو ہے؟ مسئلہ کوئی بھی نہیں تھا, صرف یہ ان کو مسئلہ تھا کہ یہ جرائم پیشہ لوگ تھے. ان کو یہ تھا کہ چک جمرہ میں 6 بندے مار کے ہماری واہ واہ ہو جائے گی, کیونکہ انہوں نے چاند رات کو میرے بھائی کو انہوں نے 200 گولی ماری ہے. 200 گولی خیبر باز کو انہوں نے ماری ہے. یہ دیکھ لیں کہ ان کے ظلم کی کیا انتہا ہے. ایسی درندگی کہ ایک انسان کو 2-4 نہیں 100 نہیں 200 گولی ماری ہے. اور یہ آپ کے بھائی جو خاور عباس ہیں وہ انہی 6 لوگوں میں شامل تھے؟ جی انہیں 6 لوگوں میں شامل تھے. یہ کتنے لوگ تھے جو حملہ آور تھے, یہ کتنے لوگ تھے کہ ایک ایک شخص کے حصے میں اگر اتنی درجنوں یا سینکڑوں گولیاں آ رہی ہیں؟ یہ 10 لوگ تھے. 10 لوگ تھے. اچھا, صرف آپ بتا رہے ہیں کہ ان کا جرائم پیشہ تھے, ریکارڈ تھا میں ایک اپنا ٹور جمانے کے لیے کہ ہم نے اتنے بندے مارے ہیں, پھر جس سے چاہیں گے جنگا وصولیں گے, جو کلچر چل رہا ہے جگ جمرہ. اس کو ہم پنجابی میں چکڑ چودھری کہتے ہیں کہ جھوٹی چودراہٹ جو ہے, بدماشی جس کو کہتے ہیں کہ ایک کلچر ہے کہ دوسرے لوگوں کو ڈراؤ اور پھر ڈرانے کے اتنا خوف ان کے اندر پیدا کر دو کہ پھر آپ جو بھی جائز ناجائز مطالبے کریں, کسی کی زمین ہڑپنا چاہیں, کسی سے بھتا لینا چاہیں, تو پھر اس میں لوگوں کو جو ہے وہ کسی قسم کا یہ نہ ہو کہ جی ہم نے ان کو نہیں دینا, مزاحمت نہ کر. حالانکہ وجہ نہ تو کوئی تھی نہیں ان کے, انہوں نے صرف ایک اپنی بدماشی چمکانے کے لیے یہ کام کیا. کوئی رپورٹ ایسے ہوا ہے کہ کوئی ایسا شاید کوئی جھگڑا تھا یا کوئی ایسی چھوٹی موٹی کوئی لڑائی تھی جس کی صلح ہو گئی تھی اور صلح کے بعد جو ہے آپ کے بھائی واپس جا رہے ہیں؟ جی یہی وہ انہوں نے جھوٹا پرچہ کروایا ہوا تھا ان کے اوپر ڈکیٹی کا, جبکہ وہ اس میں سے وہ بے گناہ ہو گئے تھے. وہ واپس ان کو لے کے جا رہے تھے, لیکن یہ کہتے تھے کہ ہم علاقے کے چودھری ہیں, ہماری انسلٹ ہو گئی ہے کہ یہ بندے تھانے سے بے گناہ ہو گئے ہیں. خاور عباس جو آپ کے بھائی ہیں وہ آپ سے چھوٹے تھے؟ نہیں, میرے سے بڑے تھے. بڑے بھائی تھے 16 برس قبل. اور جب یہ واقعہ ہوا ہے آپ کو وہ دن یاد ہے؟ جی چاند رات تھی, بڑا یاد ہے, وہ تو دن بھولتے ہی نہیں ہے. کیسے آپ کو اطلاع کیسے ملی کہ یہ والا واقعہ جو ہے, یہ ایسا واقعہ جو انسان کی زندگی کو شاید جو ہے وہ روح کو انسان کی کو وہ زخمی کر دیتا ہے, اطلاع کیسے ملی؟ کسی نے کال کی یا پھر ڈیڈ باڈیز آئیں تو آپ کو پتہ چلا؟ نہیں, میں ڈیرے سے واپس آ رہا تھا, میرا ایک منشی تھا, اس نے مجھے بتایا کہ بھائی کی گاڑی پہ فائرنگ ہوئی ہے. پھر میں سیدھا اس موقع کی جگہ پہ گیا, پھر آگے مجھے نہیں پتہ چلا, آگے دیکھ کے کہ 6 لاشیں پڑی ہوئی تھیں. اور پھر پولیس کو اطلاع دی گئی, پولیس جب جائے وقوعہ پر پہنچی جب, تو کیا پورا علاقہ وہاں پہ اکٹھا ہو گیا تھا, کوہرام مچا ہوا تھا, کیا وہ تسلی کر کے گئے کہ کوئی بھی زندہ نہ بچ پائے, یا پھر ایسا
कोई था उनमें से 6 लोगों में से जिसकी अभी कुछ सांसें चल रही हैं? नहीं, सबको उन्होंने मौके पे ही मार दिया था। सबको मौके पे मार मौके दी। पे मार के फिर ऊपर गोलियां, मरों के ऊपर गोलियां चलाते रहे हैं। गाड़ी से बाहर निकाल दिया? नहीं, गाड़ी के अंदर ही। गाड़ी के अंदर ही? गाड़ी के अंदर सफ़र करते हुए लोगों को उन्होंने घात लगा के जो है उन पर फायरिंग? रोक के गाड़ी के आगे गाड़ी खड़ी करके, गाड़ी उन्होंने जैसे ही ब्रेक लगाई है उन्होंने फायरिंग शुरू कर दिया। 6 के 6 लोग मौके पे जो है उनकी डेथ हो गई। मार दिया। अच्छा, आपकी एज तब क्या थी? मेरी एज उस वक्त 20-21 साल थी। भाई खावर जो है वो क्या काम क्या करता था? जिमींदारा करते थे, साथ गद्दे का या डिपो जो होते हैं वो था। और जो आपके कज़न है 4 भाई, वो उनकी एज क्या क्या थी? ये 2 शादीशुदा थे, एक की एज 17 साल थी, एक की 21 साल थी। सारे जो थे 28-29 इसी में थे। वो 4 ही भाई थे? 4 भाई, एक उनका भाई है वो हाफिज़ कुरान है, वो गाँव से ही चले गए हैं। 5 भाई थे, 5 में से 4 मौका पर मर्डर हो गए। और आप कितने भाई? हम 3 भाई थे। एक जो है वो उसको कत्ल कर दिया गया, एक आप हैं और आपसे छोटा है? नहीं, मेरे से बड़े हैं, वो नार्वे होते हैं। वो पाकिस्तान में नहीं है। यहाँ पे जब ये इंसिडेंट इतना बड़ा हो गया उसके बाद आपको किसी तरह की कोई थ्रेट तो नहीं थी? नहीं किसी ने कोई धमकी दी हो कि जी केस वापस ले लो, पीछे हट जाओ वरना ये कर देंगे? नहीं, स्टार्ट में इन्होंने किया था लेकिन उसके बाद नहीं। 16 साल कैसे गुजरे भाई के बगैर? कोर्ट्स सिस्टम हमारा ऐसा है, क्या थका देने वाला सफ़र था? जी, ये 16 साल मेरे तो थाने, अदालतों में, कचहरियों में ही गुजर गए हैं। तो क्या ये सिस्टम 16 साल में इंसान को ज़ुबानी याद नहीं हो जाता कि इंसान सुबह निकलता है, फ़र्ज़ करें पेशी के लिए निकला तो उसको पता चल जाता है कि यार आज दिन इदा दा चढ़िया है, लगता है तोड़नी चाड़नी गल? इनकी तो प्रैक्टिस वकील की तो 2-4 साल की होती है, मेरी 16 साल की प्रैक्टिस है। इन्होंने पूरा वकील ही बना दिया है, लॉयर बना दिया है पूरा। अच्छा, अभी जो 10 मुल्ज़िमान थे आपने कहा, कितने जो हैं वो उनमें से वो अपने अंजाम को पहुंच चुके हैं या अरेस्ट हो चुके हैं? अभी एक जो है वो दुबई में पकड़ा हुआ है, उसने वहाँ पे कोई जुर्म किया था, उसकी सज़ा उसे हुई है। एक ये जो अभी आया है, एक का भी अंडर ट्रायल चल रहा है, उसका स्टे हुआ है, तो बाकी जो है वो हाई कोर्ट में पेंडिंग है। मफरूर भी हैं अभी कुछ? मफरूर अभी 3 मफरूर हैं। ऐसे लोग जो इलाके के लिए बदअमनी होते हैं, एक खौफ और दहशत की अलामत होते हैं, जब इस तरह का ये ऐसा वाक़या है जो शायद पाकिस्तान की तारीख़ में बहुत कम लोगों के साथ हुआ कि एक ही जगह पे एक ही जो है ना वक़ूए में 6 लोगों की मौत हो जाती है, उसके बाद ये भाग गए। बाद में गांव का क्या माहौल था? गांव वालों ने तो शुक्राना अदा किया है कि इनसे जान छूटी है, क्योंकि ये जालिम लोग थे। किसी की अगर जवान बेटी है तो उसको उठा लिया, उसकी इज़्ज़त लूट ली, कोई पूछने वाला नहीं था। मतलब इन्होंने जंगल का कानून समझा हुआ था। रिकॉर्ड याफ्ता हैं। हमारी पुलिस एहलकारों से बात हुई तो हमें पता चला कि ये बहुत सारे जो है वो केसेस में मुख्तलिफ लोग इनमें से जो हैं वो कोई चोरी, डकैती, भत्ताखोरी वगैरह ये रिकॉर्ड याफ्ता लोग थे। भाई शादीशुदा थे? जी, शादीशुदा थे। बच्चे थे उनके? हाँ जी, कितने बच्चे हैं? एक बेटा है और एक बेटी है। उनकी उम्रें कितनी? अब बेटी माशाल्लाह 19 साल की हो गई है, बेटा जो है वो 17 साल का, 16 साल का। मतलब भाई की को जब कत्ल किया गया तो वो तकरीबन 1.5-2 साल का बच्चा होगा और 3-4 साल की बच्ची? बच्चा साल का था और बच्ची जो है वो आप कह लें कि 2 साल की, 3 की होगी। मतलब बच्चों को अपने बाबा की रूटीन कोई भी याद नहीं हो? बच्चों को कोई याद नहीं। तस्वीरें हैं बच्चों के पास? तस्वीरें हैं, वो तस्वीरें देखते हैं कि हमारे बाबा ऐसे होंगे, ऐसे होते हैं, याद करते हैं आप क्योंकि अब उन आपके भाई के बाद सारी रिस्पॉन्सिबिलिटी बच्चों की आपके ऊपर आ गई। बच्चों की जो वालिदा हैं उन्होंने उनकी तरबियत फिर किस तरीके से की? क्या बच्चों में, अगर हमारी ख्वाहिश तो थी कि बच्चे हमारे साथ होते लेकिन बदकिस्मती से हमारी मुलाकात नहीं हो सकी, किस तरह से उनकी तरबियत की गई? उनकी तबीयत में अग्रेशन पाया जाता है या वो बड़े सॉफ्ट स्पोकन और जैसे उनके वालिद थे कि किसी का बुरा नहीं करना, लोगों का ख्याल रखना है, इस तरह से? नहीं, वो बच्चे भी बड़े रहमदिल हैं और आपको पता है कि फिर उनको मोहब्बत भी एक्स्ट्रा दी है हम लोगों ने और उधर सिटी में ही शिफ्ट कर दिया है। बेटा माशाल्लाह जो है वो O लेवल कर रहा है, बेटी का भी मैंने लॉ में एडमिशन करवाया है। तो इन 16 बरस में कब आपको लगा कि मैं थक गया हूँ, मुझे सहारे की ज़रूरत है या मेरा सांस फूल गया है इस केस को लड़ते लड़ते? कभी ऐसा हुआ कि हिम्मत जो है वो टूटने लगी हो लेकिन फिर अल्लाह ताला ने जो है वो उसको दोबारा से बांध दिया? देखें जी, पहले 4-5 साल तो लगे रहे, उसके बाद फिर सिस्टम ने थकाता है।
لیکن شکر الحمدللہ اللہ نے وسائل بھی دیے ہیں، لیکن کبھی بھی ہم نے جستجو نہیں آ رہی، ہمیں امید ہے کہ ہمیں انصاف ملے گا، اور آج بھی انصاف کی ہی تلاش میں ہے۔ بالکل ایسا ہے۔ میں ایک دفعہ ہم جیل میں پروگرام کر رہے تھے تو قیدی وہاں کے یہ بتاتے ہیں ہمیں کہ جی سٹارٹ میں ہماری ملاقاتیں بہت آتی ہیں، اس کے بعد ہمارے اپنے سگے والدین، بھائی بہن، خون کا رشتہ جو ہے وہ آنا بند کر جاتے ہیں۔ میں نے اس پوائنٹ آف ویو سے پوچھا تھا کہ ایک وقت آتا ہے انسان پہ جب وہ کہتا ہے کہ میں مایوس ہو گیا ہوں، میں تھک گیا ہوں، سسٹم مجھے تھکا دیا ہے، سسٹم نے، میرے بس میں ہوتا تو میں جلدی کر لیتا، لیکن آپ نے کہا کہ الحمدللہ ایسا کوئی لمحہ نہیں آیا کہ جہاں پہ امید ٹوٹی ہو، نہیں، امید نہیں ٹوٹی، اور ابھی بھی قائم ہے۔ ابھی بھی قائم ہے، اور انشاءاللہ ہم آخری سانس تک اپنا بدلہ لینے کے لیے لڑیں گے۔ 16 سال میں پولیس کا خاص طور پہ ظاہر ہے ڈیفرنٹ بہت سارے فیزز آئے ہوں گے، بہت سارے آفیسرز آئے، تبدیل ہو گئے، اعلیٰ قیادت آئی چلی گئی، کئی سی پی اوز، آر پی اوز آئے چلے گئے، ایس ایچ اوز آئے چلے گئے، اوور آل پولیس کا رویہ جو ہے وہ کیسا رہا آپ کے ساتھ؟ ہمیشہ پولیس نے ہمارا ساتھ دیا ہے، رویہ بھی ہمارے ساتھ بالکل ٹھیک ہے، پولیس نے ہمیں حق لے کے دیا ہے۔ ابھی جب یہ ملزم پکڑا گیا ہے، کچھ دیگر بھی جوڈیشل ہیں، کیا کہتے ہیں؟ اگر آپ کی آواز اس وقت سی ایم صاحبہ سن رہی ہوں، آئی جی پنجاب ڈاکٹر عثمان انور صاحب سن رہے ہوں، یا ہماری فیصل آباد کی جو پولیس لیڈرشپ ہے یہ سن رہی ہو، کیا پیغام کیا دیں گے؟ ہمارا تو یہ دل تھا کہ یہ CCD کے حوالے کرتے، وہ ان کا فوری ہمیں انصاف مل جاتا، ہمارے تو دل کی یہ خواہش تھی، لیکن وہ نہیں ہو سکا، پولیس نے اس کو چلان کر دیا ہے، موقع سے اس سے برآمدگی کر کے سب کچھ کر کے، تو ہمیں آج بھی ہم انصاف کی تلاش میں ہیں، باقی جو ہمارے ملزم ہیں ان کو بھی پکڑ کے لا کے ہمیں انصاف دلایا جائے۔ ناظرین اکرام، وہ لوگ جن کے پیارے ناحق قتل کر دیے گئے، ان کا پاکستان کے نظام قانون پہ بلیو اور اعتماد اس قدر ہے جو 16 سال میں ایک لمحے کے لیے بھی متزلزل نہیں ہوا۔ انہوں نے انتقام کی بجائے قانون کا رستہ اختیار کیا، اور ان کا یہ کہنا تھا کہ ہمارے قانون پہ، قانون نافذ کرنے والے اداروں پہ یقین پختہ ہے، ہمارا اللہ پہ یقین پختہ ہے کہ اللہ ہمیں ضرور انصاف دلوائے گا، اور اس کا ذریعہ ہمارا نظام انصاف ضرور بنے گا۔ ہاں، ایک پاکستانی شہری جو ہے جب وہ 16 سال عدالتوں میں جا کے کیس لڑتا ہے، جب اس کا پولیس، قانون نافذ کرنے والے اداروں اور عدلیہ سے آمنا سامنا ہوتا ہے، تو بہت سارے نازک لمحات ضرور انسان کی زندگی میں آتے ہیں۔ چند لمحے کے لیے شاید اس کا ایمان متزلزل ضرور ہوتا ہوگا کہ میں تھک گیا ہوں، لیکن بہرحال وہی اچھے پاکستانی شہری ہیں جن کا قانون اور قانون نافذ کرنے والوں اداروں پہ جو ہے وہ اعتماد بحال ہے، اور اس کا نتیجہ یہ ہے کہ 16 برس قبل قتل کر کے بھاگنے والے ملزمان ایک ایک کر کے قانون کے شکنجے میں آ رہے ہیں، اور یہ والا ملزم جو 6 لوگوں کے قتل میں جو ہے وہ ملوث تھا، اس کو بھی انٹرپول کے ذریعے تھانہ سائیاں والا پولیس نے گرفتار کیا۔ اس کے خلاف بھی جو ہے وہ مضبوط کیس تیار ہے، اور اس کو قرار واقعی سزا بھی دلوائی جائے گی۔ ناظرین، ٹیم مجرم کون موجود ہے تھانہ سائیاں والا کے علاقے میں، اور بات ہو رہی ہے آج 16 برس بعد گرفتار ہونے والے اشتہاری ملزم کی، جسے انٹرپول کے ذریعے پولیس نے جو ہے وہ کسٹڈی میں لیا۔ اور میرے ساتھ اس وقت وہ بزرگ موجود ہیں جو اس وقت فائرنگ کے بعد موقع پر پہنچنے والے پہلے شخص تھے۔ عینی شاہد آپ کہہ سکتے ہیں، ملزمان تو فرار ہو چکے تھے، ان سے جانتے ہیں تفصیلات کہ یہ کب ہوا، کیا دیکھا انہوں نے، اور جب یہ پہنچے تو کیا صورتحال تھی۔ السلام علیکم سر، اپنا نام بتائیے گا۔ میرا نام نذیر حسین۔ نذیر صاحب بتائیے گا، آپ وہ پہلے شخص ہیں جب یہ وقوع ہوا، اور یہ ایسا افسوسناک واقعہ تھا جس نے پورے علاقے کی فضا کو سوگوار کر دیا تھا، آپ نے کیا دیکھا؟ میں نونا بٹیاں چوں آ رہا سا موٹر سائیکل تے، اگے آیا تو موڑ دے اتنے اتنے قابلی کھکر نے موڑ ہے، اتنے 6 بندے خون وچوں گڈی نکل رہا سی تے بندے مار کے جا رہے سن انہوں نے، 6 بندے گڈی دے وچ ہی جاں باک ہو گئے۔ میں خوف تو نہ میں پیچھے ہٹ گیا، انہیں چیر نوں پولیس آ گئی۔ تے تسی نزدیک جا کے دیکھیا پولیس دے جان تو پہلے کہ جی پچھانن دی کوشش کی کہ کون لوگ نے؟ میں ایک بندے نوں پچھانیا، خاور نوں۔
ਪਾਵਰ ਨਾਲ ਤੁਹਾਡੀ ਪਹਿਲੇ ਮੁਲਾਕਾਤ ਹੈ ਸੀ? ਹਾਂਜੀ ਐਸੇ ਤੁਸੀਂ ਮਤਲਬ ਹੈ ਵੀ ਇਸੇ ਇਲਾਕੇ ਦੇ ਰਹਿਣੇ ਵਾਲੇ? ਇਸੇ ਇਲਾਕੇ ਦਾ ਜੀ। ਇਹ ਤੁਸੀਂ ਕੰਮਕਾਰ ਕੀ ਕਰਦੇ ਹੋ? ਮੈਂ ਵਾਈ ਚਾਹੀਦਾ ਜੀ। ਜ਼ਿਮੀਂਦਾਰਾ ਕਰਦੇ ਹੋ? ਅੱਛਾ, ਇਹ ਜਿਹੜੇ ਬਾਕੀ ਮਰਡਰ ਹੋਣ ਵਾਲੇ ਸੀ, ਜਦੋਂ ਤੁਹਾਨੂੰ ਬਾਅਦ 'ਚ ਪਤਾ ਲੱਗਾ ਕਿ ਇਹ ਫਲਾਂ 6 ਲੋਕ ਨੇ, ਤੇ ਕੀ ਪਹਿਲਾ ਜਿਹੜਾ ਖਿਆਲ ਜ਼ਿਹਨ 'ਚ ਆਉਂਦਾ ਹੈ ਕਿ ਕੀ ਤੁਸੀਂ ਸਮਝਦੇ ਸੀ ਕਿ ਇਹਨਾਂ ਦਾ ਕੋਈ ਝਗੜਾ ਸੀ, ਇਹ ਨਾਹਕ ਮਾਰੇ ਗਏ ਹੋਣਗੇ, ਕੀ ਚੱਕਰ? ਪਾਵਰ ਦਮਾਨ ਸੀ ਉਹਦਾ, ਤਾਂ ਕਿਸੇ ਨਾਲ ਝਗੜਾ ਨਹੀਂ ਸੀ। ਸ਼ਰੀਫ ਆਦਮੀ ਸੀ, ਸ਼ਰੀਫ ਫੈਮਿਲੀ ਨਾਲ ਬਿਲੋਂਗ ਕਰਦਾ, ਤੇ ਉਹਦਾ ਕਿਸੇ ਨਾਲ ਕੋਈ ਅਦਾਵਤ ਨਹੀਂ। ਉਹ ਤਾਂ ਗਰੀਬ ਪਰਵਰ ਆਦਮੀ ਆ। ਸਾਨੂੰ ਇਹ ਵੀ ਪਤਾ ਲੱਗਾ ਕਿ ਜਿਹੜੇ ਮੁਲਜ਼ਮ ਨੇ, ਜਿਹੜੇ ਕਤਲ ਕਰਕੇ ਦੌੜੇ ਨੇ, ਇਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਚਿੱਕੜ ਚੌਰੀ ਬਣਨ ਦੀ ਕੋਸ਼ਿਸ਼ ਕਰਦੇ ਸੀ ਇਲਾਕੇ ਦੇ ਵਿੱਚ, ਟੂ ਟਰਨੈਲੀ ਜਿਹਨੂੰ ਕਹਿੰਦੇ। ਇਹਨਾਂ ਆਪਣੇ ਨੌਕਰ ਵੀ ਮਾਰੇ ਨੇ ਇਹਨਾਂ ਦੇ ਪਰਚੇ ਕਰਾਉਣ ਵਾਸਤੇ ਬਹੁਤ। ਇਹ ਮਕਤੂਲ ਪਾਰਟੀ ਦੇ ਉੱਤੇ ਪਰਚੇ ਕਰਾਉਣ ਲਈ ਕਾਤਲਾਂ ਨੇ ਆਪਣੇ ਨੌਕਰ ਮਾਰ ਕੇ ਜਿਹੜੇ, ਹਾਂਜੀ ਮਤਲਬ ਇਹਨਾਂ ਦੀ ਇਲਾਕੇ ਦੇ ਵਿੱਚ ਰਿਪਿਊਟ ਠੀਕ ਨਹੀਂ। ਨਹੀਂ। ਔਰ ਇਹ ਜਦੋਂ ਵਕੂਆ ਹੋ ਗਿਆ, ਜ਼ਾਹਿਰ ਹੈ ਜਿਹੜੇ ਦੁਨੀਆ ਤੋਂ ਚਲੇ ਗਏ ਉਹ ਤੇ ਵਾਪਸ ਨਹੀਂ ਆਣੇ, ਲੇਕਿਨ ਇਹ ਜਦੋਂ ਨੱਸ ਭੱਜ ਗਿਆ ਤੇ ਉਹਦਾ ਇਲਾਕੇ ਤੇ ਕੀ ਫਰਕ ਪਿਆ? ਉਹਦਾ ਇਲਾਕੇ ਖੌਫ ਹੋ ਰਿਹਾ ਸੀ। ਕੁਛ ਸਕੂਨ ਦਾ ਸਾਹ ਨਹੀਂ ਆਇਆ ਲੋਕਾਂ ਨੂੰ ਕਿ ਹੁਣ ਨੱਸ ਭੱਜ ਗਿਆ? ਸਕੂਨ ਦਾ ਸਾਹ ਉਸ ਵੇਲੇ ਆਇਆ ਜਿਸ ਵੇਲੇ ਇਹ ਬਾਹਰ ਚਲੇ ਗਏ, ਦੌੜ ਗਿਆ ਸਾਰੇ? ਦੌੜ ਗਏ ਸਾਰੇ। ਵਿੱਚੋਂ ਕੁਝ ਫੜੇ ਗਏ ਨੇ, 1-2 ਰਹਿੰਦੇ। ਅੱਛਾ, 16 ਸਾਲ ਗੁਜ਼ਰੇ ਨੇ। ਇਸ 16 ਸਾਲ ਦੇ ਦੌਰਾਨ ਕਦੀ ਤੁਹਾਨੂੰ ਮਹਿਸੂਸ ਹੋਇਆ ਕਿ ਪੁਲਿਸ ਜਿਹੜੀ ਹੈ ਉਹ ਢਿੱਲੀ ਪੈ ਗਈ ਹੈ, ਰੇਡ ਸ਼ੇਡ ਘੱਟ ਹੋਣ ਲੱਗ ਪਿਆ ਨਾ, ਜਾਂ ਕਿ ਪੁਲਿਸ ਇਹਨਾਂ ਦੇ ਮਗਰ ਚੜੀ ਰਹੀ ਹੈ? ਜਿਹੜਾ ਵੀ SHO ਆਇਆ ਨਾ, ਉਸੇ ਪਰਸੂ ਕੀਤਾ ਇਹਨਾਂ ਦਾ। ਜਿਹੜਾ ਵੀ SHO ਅਫਸਰਾਂ ਨੇ ਪਰਸੂ ਕੀਤਾ। CPO ਸਾਹਿਬ ਦੇ ਹੁਕਮ 24 ਘੰਟੇ, IG ਸਾਹਿਬ ਪੰਜਾਬ ਖਸੂਸੀ ਤੌਰ 'ਤੇ ਦਿਲਚਸਪੀ ਲੈਂਦੇ ਰਹੇ, CPO ਫੈਸਲਾਬਾਦ ਦਿਲਚਸਪੀ ਲੈਂਦੇ ਰਹੇ, SHO ਸਾਹਿਬ ਨੂੰ ਤੰਬੀਹ ਕਰਦੇ ਆਣ ਕੇ ਬੰਦੇ ਫੜੋ। ਹੁਣ ਇਹ ਬੰਦਾ ਬਾਹਰ ਸੀ, ਇਹ ਇੰਟਰਪੋਲ ਦੇ ਥਰੂ ਮੰਗਾਇਆ ਇਹਨਾਂ। ਅੱਛਾ, ਤੁਸੀਂ ਮਾਸ਼ਾਅੱਲਾ ਇੱਕ ਉਮਰ ਗੁਜ਼ਾਰੀ ਹੈ, ਔਰ ਐਸੇ ਸਾਡੇ ਦੇਹੀ ਇਲਾਕੇ ਦੇ ਕਲਚਰ ਦੇ ਵਿੱਚ ਇੱਕ ਉਮਰ ਗੁਜ਼ਾਰੀ, ਕੀ ਸਮਝਦੇ ਹੋ? ਸਾਡੇ ਨਾਜ਼ਰੀਨ ਨੂੰ ਦੱਸੋ ਕਿ ਸਾਡੇ ਪਿੰਡਾਂ ਥਾਵਾਂ ਨੂੰ ਕੀ ਹੋ ਕੀ ਗਿਆ ਹੈ ਕਿ ਅੱਗੇ ਸਾਡੇ ਪਿੰਡਾਂ ਦੀ ਮਿਸਾਲ ਦਿੱਤੀ ਜਾਂਦੀ ਹੁੰਦੀ ਸੀ ਕਿ ਇੱਥੇ ਭਾਈਚਾਰਾ ਹੈ, ਇੱਥੇ ਮੁਹੱਬਤਾਂ ਵੰਡੀਆਂ ਜਾਂਦੀਆਂ ਨੇ। ਸ਼ਹਿਰਾਂ ਦੇ ਲੋਕ ਜਿਹੜੇ ਆ ਉਹ ਪਿੰਡਾਂ ਦੀ ਮਿਸਾਲ ਦਿੰਦੇ ਹੁੰਦੇ ਸੀ ਕਿ ਯਾਰ ਇੱਕ ਦੇ ਦੁੱਖ 'ਚ ਸਾਰੇ ਹੀ ਰੋਂਦੇ ਨੇ। ਇਹ ਕੀ ਹੋ ਗਿਆ ਪਿਛਲੇ ਕੋਈ 10 15 20 ਸਾਲ ਤੋਂ? ਜਿੱਦਾਂ ਜਿੱਦਾਂ ਟੈਕਨੋਲੋਜੀ ਵੱਧ ਰਹੀ ਹੈ, ਸਾਡੇ ਵਸਾਇਲ ਵੱਧ ਰਹੇ ਨੇ, ਇਹ ਜਿਹੜੀ ਆਪੋ ਧਾਪੀ ਪੈ ਗਈ ਹੈ, ਇਹਦੀ ਬੇਸਿਕਲੀ ਵਜ੍ਹਾ ਕੀ ਹੈ? ਇਹਦੀ ਬੇਸਿਕਲੀ ਵਜ੍ਹਾ ਇਹ ਕਿ ਹਰ ਬੰਦਾ ਦੌੜ ਲਾ ਰਿਹਾ ਪੈਸੇ ਪਿੱਛੇ, ਖਾਓ ਪਿੰਡ ਦਾ, ਖਾਓ ਸ਼ਹਿਰ ਦਾ। ਉਸ ਪੈਸੇ ਦੀ ਫਰਾਵਾਨੀ ਨੂੰ ਹਾਸਲ ਕਰਨ ਵਾਸਤੇ ਸਭ ਕੁਝ ਕਰਦੇ। ਔਰ ਉਹ ਬੰਦੇ ਜਿਹੜੇ ਹੈ ਸਨ ਨਾ, ਉਹ ਤਾਂ ਨਾਇਤ ਕ੍ਰਿਮੀਨਲ ਬੰਦੇ ਸਨ। ਜਿਹੜੇ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਜੀ ਅੱਗੇ ਮਕਾਨ ਕੱਚੇ ਤੇ ਦਿਲ ਪੱਕੇ ਸੀ, ਹੁਣ ਮਕਾਨ ਪੱਕੇ ਤੇ ਦਿल कच्चे हो गए। दिल कच्चे हो गए। नाज़रीन इकराम, टीम मुजरिम कौन से बात कर रहे थे आइनी शाहिद जो उस वाक़े के बाद सबसे पहले पहुँचे, और उनका ये कहना था कि मकतूल जो है उनका किसी किस्म का कोई भी जो है वो बेदाग जिसको कह सकते हैं कि करैक्टर था, किसी किस्म का कोई झगड़ा नहीं था, नाहक कत्ल किए गए। और फिर अल्लाह की लाठी बेआवाज़ है, ऐसे ज़ालिमों के ख़िलाफ़ जब कानून हरकत में आता है तो फिर उनको पाताल में भी छुप जाएं तो जगह नहीं मिलती। और उसकी वाज़ेह मिसाल ये है कि इंटरपोल के ज़रिए बुलाना पड़े, पुलिस जब फिर हरकत में आती है तो फिर चाहे एक एक करके हो, चाहे 16 साल गुजर चुके हैं लेकिन इन फाइलों पे अभी तक गर्द नहीं जमी और कानून इन्हें नहीं भूला। और शायद तब तक ये एफर्ट, ये कोशिश जारी रहेगी जब तक तमाम मुलजिमान को करार वाकई सज़ा नहीं मिल जाती। मुजरिम चाहे जितना भी शातिर और चालाक क्यों ना हो, कानून की गिरफ्त से नहीं बच सकता। और यही हमने दिखाया आपको आज के मुजरिम कौन में कि 16 बरस कबल 6 लोगों को कत्ल करके फ़रार होने वाला इश्तिहारी मुलजिम थाना साहियावाला पुलिस ने रेड वारंट के ज़रिए इंटरपोल की मदद से गिरफ़्तार कर लिया। शुएब अल्ताफ़ को टीम मुजरिम कौन के साथ दीजिए इजाज़त। अल्लाह हाफ़िज़।